पाठ नंबर 9 हड़प्पा सभ्यता 300 ईस्वी पूर्व तो 1900 ईस्वी पूर्व तक। लगभग 7000 साल ਪਹਿਲਾਂ ਭਾਰਤੀ ਉਪ ਮਹਾਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਇੱਕ ਮਹਾਨ ਸ਼ਹਿਰੀ ਨਾਗਰਿਕ ਸਭਿਅਤਾ ਦਾ ਜਨਮ ਹੋਇਆ। ਇਸ ਵਿੱਚ ਲਗਭਗ ਸਿੰਧ ਨਦੀ ਤੋਂ ਲੈ ਕੇ ਪ੍ਰਾਚੀਨ ਸਰਸਵਤੀ, ਜਿਸ ਨੂੰ ਅਸੀਂ ਵਰਤਮਾਨ ਸਮੇਂ ਘੱਗਰ ਨਦੀ ਕਹਿੰਦੇ ਹਾਂ, ਤੱਕ ਵਰਤਮਾਨ ਪਾਕਿਸਤਾਨ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਦੱਖਣੀ ਅਫਗਾਨਿਸਤਾਨ ਸ਼ਾਮਲ ਸਨ। ਖੇਤਰਫਲ ਪੱਖੋਂ ਇਹ ਸਭਿਅਤਾ ਸਾਰੀਆਂ ਪ੍ਰਾਚੀਨ ਸਭਿਅਤਾਵਾਂ ਨਾਲੋਂ ਵਿਸ਼ਾਲ ਸੀ। ਇਹ ਮਿਸਰ ਦੀ ਸਭਿਅਤਾ ਨਾਲੋਂ ਲਗਭਗ 20 ਗੁਣਾ ਵੱਡੀ ਸੀ। ਅਸੀਂ ਨੇ ਕੀਤਾ ਹੈ ਕਿ ਭਾਰਤੀ ਉਪ ਮਹਾਦੀਪ ਦੇ ਉੱਤਰ ਪੱਛਮ, ਜੇਕਰ ਅਸੀਂ ਸਾਹਮਣੇ ਦਿਸ਼ਾਵਾਂ ਨੂੰ ਦੇਖੀਏ ਤਾਂ ਉੱਤਰ, ਦੱਖਣ, ਪੂਰਬ ਅਤੇ ਪੱਛਮ ਸਾਡੀਆਂ 4 ਮੁੱਖ ਦਿਸ਼ਾਵਾਂ ਹੁੰਦੀਆਂ ਹਨ। ਇਹਨਾਂ ਨੂੰ ਜੋੜ ਕੇ ਅਸੀਂ ਬਣਾਉਂਦੇ ਹਾਂ ਉੱਤਰ ਪੂਰਬ, ਦੱਖਣ ਪੂਰਬ, ਦੱਖਣ ਪੱਛਮ ਅਤੇ ਉੱਤਰ ਪੱਛਮ। ਜੋ ਸਾਡੀ ਸਿੰਧ ਘਾਟੀ ਸਭਿਅਤਾ ਹੈ, ਉਸ ਦਾ ਸੰਬੰਧ ਸਾਡੇ ਭਾਰਤੀ ਉਪ ਮਹਾਦੀਪ ਦੇ ਉੱਤਰ ਪੱਛਮੀ ਖੇਤਰ ਵਿੱਚ ਹੈ। ਜੋ ਭਾਰਤੀ ਉਪ ਮਹਾਦੀਪ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਸਮੇਂ ਇਹਦੇ ਵਿੱਚ ਪਾਕਿਸਤਾਨ ਦਾ ਸਾਰਾ ਖੇਤਰ ਸ਼ਾਮਲ ਸੀ। ਪਾਕਿਸਤਾਨ ਦਾ ਸਾਰਾ ਖੇਤਰ ਸ਼ਾਮਲ ਸੀ। ਜਿਵੇਂ ਇੱਧਰ ਲਿਖਿਆ ਹੈ ਸ਼ਾਹੀ ਟੰਪ, ਚੁਤਕਾਂਗਨ ਡੋਰ, ਅਲੀ ਇਮਰਾਤ, ਮੋਹਨਜੋਦੜੋ, ਚਨਹੁਦੜੋ। ਮੋਹਨਜੋਦਾਰੋ ਅਤੇ ਚਨਹੁਦੜੋ ਇਹ ਦਰਿਆ ਸਿੰਧ ਦੇ ਕੰਢੇ ਵੱਸਦੇ ਸੀ। ਅਤੇ ਇਉਂ ਕਿਹਾ ਵੀ ਦਰਿਆ ਸਿੰਧ ਤੋਂ ਲੈ ਕੇ ਸਰਸਵਤੀ ਸਾਡੀ ਇੱਧਰ ਆ ਜਾਂਦੀ ਹੈ ਵਰਤਮਾਨ ਸਮੇਂ ਹਰਿਆਣਾ ਵਿੱਚ, ਜੋ ਕਿ ਅਸੀਂ ਨਦੀ ਘੱਗਰ ਕਹਿੰਦੇ ਹਾਂ। ਤਾਂ ਸਾਡਾ ਜਿਹੜਾ, ਜੇਕਰ ਅਸੀਂ ਇੱਥੇ ਦਿਸ਼ਾਵਾਂ ਵਾਹੀਏ ਤਾਂ ਇਸ ਦਾ ਜੋ ਸੰਬੰਧ ਹੈ ਇੱਥੇ ਜਿਸ ਦੇ ਵਿੱਚ ਪੰਜਾਬ, ਹਰਿਆਣਾ, ਗੁਜਰਾਤ, ਪਾਕਿਸਤਾਨ ਦੇ ਖੇਤਰ, ਰਾਜਸਥਾਨ, ਇਹਦਾ ਸੰਬੰਧ ਇੱਧਰ ਹੈ। ਅਤੇ ਪੱਛਮੀ ਉੱਤਰ ਪ੍ਰਦੇਸ਼ ਦਾ ਖੇਤਰ ਹੈ ਇੱਕ ਆਲਮਗੀਰਪੁਰ, ਇੱਥੇ ਸਿੰਧ ਘਾਟੀ ਸਭਿਅਤਾ ਦਾ ਸੰਬੰਧ ਹੈ। ਇੱਧਰ ਪੂਰਬ ਵਾਲੇ ਪਾਸੇ ਅਤੇ ਦੱਖਣ ਵਾਲੇ ਪਾਸੇ ਇਸ ਸਭਿਅਤਾ ਦਾ ਕੋਈ ਸੰਬੰਧ ਨਹੀਂ ਹੈ। ਇੱਧਰ ਰੰਗਪੁਰ, ਲੋਥਲ, ਇਹ ਸਾਡੇ ਗੁਜਰਾਤ ਦੇ ਵਿੱਚ ਆ ਜਾਂਦੇ ਹਨ। ਜੇਕਰ ਦੇਖੀਏ ਤਾਂ ਲਿਖਿਆ ਹੈ ਬੀਕਾਨੇਰ ਖੇਤਰ ਦੇ 25 ਸਥਾਨ ਸਨ। ਸਾਬਕਾ ਬਹਾਵਲਪੁਰ ਰਿਆਸਤ ਦੇ 11 ਸਥਾਨ ਸਨ। ਇਹ ਸਾਨੂੰ ਯਾਦ ਕਰਨੇ ਪੈਣਗੇ ਕਿ ਸਾਬਕਾ ਬਹਾਵਲਪੁਰ ਰਿਆਸਤ ਦੇ ਕਿੰਨੇ ਖੇਤਰ ਸਨ ਅਤੇ ਬੀਕਾਨੇਰ ਦੇ ਕਿੰਨੇ ਖੇਤਰ ਸਨ। ਬੀਕਾਨੇਰ ਦੇ 25 ਅਤੇ ਸਾਬਕਾ ਬਹਾਵਲਪੁਰ ਰਿਆਸਤ ਦੇ, ਜੋ ਕਿ ਪਾਕਿਸਤਾਨ ਵਿੱਚ ਹੈ, ਇਸ ਦੇ 11 ਖੇਤਰ ਸਨ। ਖੇਤਰਫਲ ਪੱਖੋਂ ਇਹ ਸਭਿਅਤਾ ਸਾਰੀਆਂ ਪ੍ਰਾਚੀਨ ਸਭਿਅਤਾਵਾਂ ਨਾਲੋਂ ਵਿਸ਼ਾਲ ਸੀ। ਇਹ ਮਿਸਰ ਦੀ ਸਭਿਅਤਾ ਨਾਲੋਂ ਲਗਭਗ 20 ਗੁਣਾ ਵੱਡੀ ਸੀ। ਜਿੰਨੀਆਂ ਵੀ ਸੰਸਾਰ ਦੀਆਂ ਸਭਿਅਤਾਵਾਂ ਹੋਈਆਂ ਨੇ, ਸਾਰੀਆਂ ਨਦੀਆਂ ਦੇ ਕੰਢਿਆਂ ਹੋਈਆਂ ਨੇ, ਕਿਉਂਕਿ ਨਦੀਆਂ ਦੇ ਕੰਢੇ 'ਤੇ ਆਵਾਜਾਈ ਦੀਆਂ ਸਹੂਲਤਾਂ, ਪੀਣ ਦੇ ਲਈ ਪਾਣੀ, ਖੇਤੀਬਾੜੀ ਕਰਨ ਲਈ ਪਾਣੀ, ਸਾਰਾ ਕੁਝ ਮਿਲ ਜਾਂਦਾ। ਤਾਂ 4 ਸਭਿਅਤਾਵਾਂ ਮੁੱਖ ਹੋਈਆਂ ਨੇ। ਨੀਲ ਨਦੀ ਦੀ ਘਾਟੀ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਮਿਸਰ, ਇਜਿਪਟ, ਨੀਲ ਨਦੀ ਦੇ ਕੰਢੇ ਹੋਈ ਹੈ। ਦਜ਼ਲਾ ਅਤੇ ਫਰਾਤ, ਮੈਸੋਪੋਟਾਮੀਆ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ ਟਾਈਗਰਸ ਐਂਡ ਯੂਫਰੇਟਸ, ਦਜ਼ਲਾ ਅਤੇ ਫਰਾਤ, ਇਹ ਹੋਇਆ ਮੈਸੋਪੋਟਾਮੀਆ। ਸਿੰਧ ਨਦੀ ਘਾਟੀ, ਸਿੰਧ ਨਦੀ ਦੇ ਕੰਢੇ ਹਵਾਂਗ ਹੋ ਅਤੇ ਜੰਗਸੀ ਕਿਆਂਗ ਨਦੀ ਦੀ ਘਾਟੀ, ਇਹ ਹੋਇਆ ਚੀਨ ਦੇ ਵਿੱਚ। ਇਹ 4 ਮੁੱਖ ਸਭਿਅਤਾਵਾਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਸਿੰਧ ਨਦੀ ਘਾਟੀ ਦਾ ਸੰਬੰਧ ਸਾਡੇ ਭਾਰਤੀ ਉਪ ਮਹਾਦੀਪ ਦੇ ਨਾਲ ਸੀ। ਇਹ ਸਭਿਅਤਾ ਕਈ ਨਾਵਾਂ ਨਾਲ, ਜਿਵੇਂ ਕਿ ਸਿੰਧ ਘਾਟੀ ਸਭਿਅਤਾ, ਕਿਉਂਕਿ ਸਿੰਧ ਦਰਿਆ ਤੋਂ ਲੈ ਕੇ ਸਰਸਵਤੀ ਤੱਕ, ਸਿੰਧ ਦਰਿਆ ਤੋਂ ਲੈ ਕੇ ਸਰਸਵਤੀ ਤੱਕ, ਵਰਤਮਾਨ ਘੱਗਰ, ਜੋ ਕਿ ਵਰਤਮਾਨ ਸਮੇਂ ਹਰਿਆਣੇ ਵਿੱਚ ਵਗਦੀ ਹੈ। ਹੜੱਪਾ ਤਾਂ ਕਿਹਾ ਨੇ ਕਿਉਂਕਿ ਸਭ ਤੋਂ ਪਹਿਲਾਂ ਜੋ ਜਗ੍ਹਾ ਦੀ ਖੁਦਾਈ ਹੋਈ ਸੀ ਉਹ ਸੀ ਹੜੱਪਾ, ਤਾਂ ਕਰਕੇ ਇਸ ਨੂੰ ਸਿੰਧ ਘਾਟੀ ਸਭਿਅਤਾ ਵੀ ਕਿਹਾ ਜਾਂਦਾ, ਸਿੰਧ ਸਰਸਵਤੀ ਸਭਿਅਤਾ ਵੀ ਕਿਹਾ ਜਾਂਦਾ ਅਤੇ ਹੜੱਪਾ ਸਭਿਅਤਾ ਵੀ ਕਿਹਾ ਜਾਂਦਾ ਹੈ। ਲਗਭਗ 3000 ਈਸਵੀ ਪੂਰਬ ਇਹ ਸਭਿਅਤਾ ਉੱਨਤੀ ਦੇ ਸਿਖਰ 'ਤੇ ਸੀ। ਪੂਰਾ ਇਹ ਆਪਣੇ ਪੀਕ 'ਤੇ ਸੀ। ਲਗਭਗ 1000 ਸਾਲ ਤੱਕ ਇਸ ਸਭਿਅਤਾ ਦਾ ਵਿਕਾਸ ਹੁੰਦਾ ਗਿਆ ਅਤੇ 1900 ਈਸਵੀ ਪੂਰਬ ਦੇ ਲਗਭਗ ਸਰਸਵਤੀ ਨਦੀ ਦੇ ਸੁੱਕ ਜਾਣ ਨਾਲ ਇਸ ਦਾ ਪਤਨ ਸ਼ੁਰੂ ਹੋ ਗਿਆ।
ਉੱਥੋਂ ਦੇ ਲੋਕ ਉੱਤਰੀ ਭਾਰਤ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਜਾ ਕੇ ਰਹਿਣ ਲੱਗ ਪਏ। ਗੰਗਾ ਨਦੀ ਦੇ ਮੈਦਾਨ ਸਾਡੇ ਇੱਧਰ ਵਰਤਮਾਨ ਬਿਹਾਰ, ਪੱਛਮੀ ਬੰਗਾਲ ਆ ਜਾਂਦਾ, ਜੋ ਕਿ ਬੜੇ ਹੀ ਉਪਜਾਊ ਮੈਦਾਨ ਹਨ। ਉੱਧਰ ਆ ਕੇ ਲੋਕ ਆ ਗਏ। ਇਹ ਅਸੀਂ ਇਸ ਤੋਂ ਅਗਲੇ ਪਾਠਾਂ ਦੇ ਵਿੱਚ ਪੜ੍ਹਾਂਗੇ, ਜਦੋਂ ਅਸੀਂ ਮਹਾਜਨਪਦ ਬਾਰੇ ਪੜ੍ਹਾਂਗੇ। 1921-22 ਵਿੱਚ ਪਾਕਿਸਤਾਨ ਵਿੱਚ ਪੰਜਾਬ ਦੇ ਮਿੰਟਗੋਮਰੀ ਜ਼ਿਲ੍ਹੇ ਦੇ ਹੜੱਪਾ। ਸਭ ਤੋਂ ਪਹਿਲਾਂ 1921-22 ਵਿੱਚ ਪਾਕਿਸਤਾਨ ਵਿੱਚ ਦਾ ਜੋ ਪੰਜਾਬ ਹੈ, ਉੱਥੋਂ ਦਾ ਜ਼ਿਲ੍ਹਾ ਹੈ ਮਿੰਟਗੋਮਰੀ। ਮਿੰਟਗੋਮਰੀ ਜ਼ਿਲ੍ਹੇ ਦੇ ਹੜੱਪਾ ਨਾਂ ਦੇ ਸਥਾਨ 'ਤੇ ਸਭ ਤੋਂ ਪਹਿਲਾਂ 1921-22 ਵਿੱਚ ਪਾਕਿਸਤਾਨੀ ਪੰਜਾਬ ਦੇ ਮਿੰਟਗੋਮਰੀ ਜ਼ਿਲ੍ਹੇ ਦੇ ਹੜੱਪਾ, ਜਿਸ ਦੀ ਖੁਦਾਈ ਦਿਆਰ ਰਾਮ ਸਾਹਨੀ ਨੇ ਕਰਾਈ ਸੀ। 1921-22 ਵਿੱਚ ਸਭ ਤੋਂ ਪਹਿਲਾਂ ਹੜੱਪਾ ਦੇ ਸਥਾਨ ਦੀ ਖੁਦਾਈ ਹੋਈ ਸੀ, ਤਾਂ ਕਰਕੇ ਇਸ ਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ ਹੈ। ਅਤੇ ਸਿੰਧ ਵਿੱਚ ਪ੍ਰਾਂਤ ਸਿੰਧ ਹੈ, ਜ਼ਿਲ੍ਹਾ ਹੈਗਾ ਗਾ ਲੜਕਾਣਾ। ਸਿੰਧ ਪ੍ਰਾਂਤ ਸਿੰਧ ਸੂਬੇ ਦੇ ਵਿੱਚ ਲੜਕਾਣਾ ਜ਼ਿਲ੍ਹਾ, ਉੱਥੇ ਇਸ ਤੋਂ ਬਾਅਦ ਮੋਹਨਜਦਾਰੋ ਨਾਂ ਦੇ ਸਥਾਨ ਦੀ ਖੁਦਾਈ ਹੋਈ ਸੀ। ਬਾਅਦ ਵਿੱਚ ਬਹੁਤ ਸਾਰੇ ਸਥਾਨ ਹੋਏ, ਜਿਵੇਂ ਸਿੰਧ ਵਿੱਚ ਇੱਕ ਜਗ੍ਹਾ ਹੋਰ ਹੋਈ ਹੈ ਚੰਨ ਹੁਦੜੋ। ਜੋ ਮੋਹਨਜੋਦੜੋ ਹੈ ਉਹ ਸਿੰਧ ਦਰਿਆ ਦੇ ਉੱਪਰਲੇ ਪਾਸੇ ਸੀ, ਜੋ ਚੰਨ ਹੁਦੜੋ ਸੀ ਉਹ ਸਿੰਧ ਦਰਿਆ ਦੇ ਹੇਠਲੇ ਪਾਸੇ ਸੀ। ਤੁਸੀਂ ਜੋ ਨਕਸ਼ਾ ਹੈ ਇਸ ਇੱਕ ਪਾਠ ਦੇ ਵਿੱਚ ਉਸ ਨੂੰ ਚੰਗੀ ਤਰ੍ਹਾਂ ਭਰ ਕੇ ਦੇਖਣਾ ਹੈ, ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਰਾਜਸਥਾਨ ਵਿੱਚ ਕਾਲੀਬੰਗਾ, ਹਰਿਆਣੇ ਵਿੱਚ ਮਿੱਥਾਥਲ, ਬਨਾਵਾਲੀ, ਕੁਨਾਲ ਅਤੇ ਰਾਖੀਗੜ੍ਹੀ। ਹਰਿਆਣੇ ਸ਼ਬਦ ਦੇ ਵਿੱਚ 4 ਹੀ ਅੱਖਰ ਆਉਂਦੇ ਹਨ, ਹਰਿਆਣਾ, ਅਤੇ 4 ਹੀ ਇੱਥੇ ਸਥਾਨ ਮਿਲੇ ਨੇ ਮੇਨ, ਮਿੱਥਾਥਲ, ਬਨਾਵਾਲੀ, ਕੁਨਾਲ ਅਤੇ ਰਾਖੀਗੜ੍ਹੀ। ਮਿੱਥਾਥਲ, ਬਨਾਵਾਲੀ, ਕੁਨਾਲ ਅਤੇ ਰਾਖੀਗੜ੍ਹੀ। ਗੁਜਰਾਤ ਦੇ ਵਿੱਚ ਲੋਥਲ, ਰੰਗਪੁਰ ਅਤੇ ਢੋਲਵੀਰਾ। ਜੇ ਯਾਦ ਕਰਨਾ ਤਾਂ ਇਸਦਾ ਅਸੀਂ ਬਣਾ ਸਕਦੇ ਹਾਂ LDR ਭਾਵ ਲੋਥਲ, ਢੋਲਵੀਰਾ ਅਤੇ ਰੰਗਪੁਰ। ਪੰਜਾਬ ਵਿੱਚ ਰੋਪੜ ਦੇ ਨੇੜੇ, ਜਿਸ ਨੂੰ ਅੱਜ ਕੱਲ੍ਹ ਅਸੀਂ ਰੂਪਨਗਰ ਕਹਿੰਦੇ ਹਾਂ, ਰੋਪੜ ਦੇ ਨੇੜੇ ਕੋਟਲਾ ਨਿੰਗ ਖਾਂ, ਸੰਘੋਲ, ਬਾੜਾ ਅਤੇ ਰੋਹੀੜਾ। ਕਈ ਵਾਰ ਇਸ ਤਰ੍ਹਾਂ ਕੁਐਸਚਨ ਆ ਜਾਂਦਾ ਹੈ, ਇਹਨਾਂ ਵਿੱਚੋਂ ਕਿਸ ਦਾ ਸੰਬੰਧ ਸਿੰਧ ਘਾਟੀ ਸੱਭਿਅਤਾ ਨਾਲ ਨਹੀਂ ਹੈ। ਤੁਹਾਨੂੰ ਦੇਤਾ ਗੁਜਰਾਤ, ਰਾਜਸਥਾਨ, ਪੰਜਾਬ ਨਾਲ, ਤੁਹਾਨੂੰ ਦੇਤਾ ਬਿਹਾਰ, ਤਾਂ ਬਿਹਾਰ ਦਾ ਸੰਬੰਧ ਨਹੀਂ ਹੈ। ਜੇਕਰ ਕੁਐਸਚਨ ਆ ਜਾਂਦਾ ਵੀ ਇਹਨਾਂ ਵਿੱਚੋਂ ਕਿਹੜਾ ਸਥਾਨ ਪੰਜਾਬ ਵਿੱਚ ਨਹੀਂ ਹੈ, ਤੁਹਾਨੂੰ ਦੇ ਦੇਣਗੇ ਕੋਟਲਾ ਨਿੰਗ ਖਾਂ, ਸੰਘੋਲ, ਬਾੜਾ, ਇੱਕ ਦੇ ਦੇਣਗੇ ਕਾਲੀਬੰਗਾ, ਤਾਂ ਕਾਲੀਬੰਗਾ ਦਾ ਨਹੀਂ ਹੈ। ਕੋਈ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆ ਸਕਦੇ ਨੇ, ਤਾਂ ਯਾਦ ਰੱਖਣਾ ਕਿ ਪੰਜਾਬ ਦੇ ਵਿੱਚ ਕੋਟਲਾ ਨਿੰਗ ਖਾਂ, ਸੰਘੋਲ, ਬਾੜਾ ਅਤੇ ਰੋਹੀੜਾ ਇਸ ਸੱਭਿਅਤਾ ਦੇ ਨਾਲ ਸੰਬੰਧਿਤ ਹਨ। ਹੁਣ ਤਾਂ ਸਭ ਤੋਂ ਪਹਿਲਾਂ ਸੰਘੋਲ ਹੈ ਵਰਤਮਾਨ ਸਮੇਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੈ। ਅਤੇ ਇਸ ਦੀ ਖੁਦਾਈ 1968 ਈਸਵੀ ਵਿੱਚ MS ਤਲਵਾੜ ਅਤੇ RS ਬਿਸਤ ਦੁਆਰਾ ਕਰਵਾਈ। ਜੇਕਰ ਯਾਦ ਰੱਖਣਾ ਹੈ ਤਾਂ ਸੰਘੋਲ ਨੂੰ ਅਸੀਂ ਜੋੜ ਸਕਦੇ ਹਾਂ ਸਿੰਘ, ਤਾਂ ਸਿੰਘ ਕੀ ਰੱਖਦੇ ਨੇ? ਤਲਵਾਰਾਂ। ਤਾਂ ਸੰਘੋਲ ਦਾ ਸੰਬੰਧ ਹੈ ਫਤਿਹਗੜ੍ਹ ਸਾਹਿਬ ਨਾਲ, ਤਾਂ ਕੀ ਰੱਖਦੇ ਨੇ? ਤਲਵਾਰਾਂ। ਤਾਂ ਕੀ ਬਣ ਜੂਗਾ? MS ਤਲਵਾਰ ਨਾਲ ਜੋੜ ਲਿਓ ਤਲਵਾੜ ਨੂੰ, ਅਤੇ RS ਬਿਸਤ। ਅਸੀਂ ਇੱਥੋਂ ਹੜੱਪਾ ਸੱਭਿਅਤਾ ਦੇ ਬਹੁਤ ਸਾਰੇ ਬਰਤਨ ਅਤੇ ਮੂਰਤੀਆਂ ਪ੍ਰਾਪਤ ਕੀਤੀਆਂ ਹਨ। ਇਸ ਸ਼ਹਿਰ ਵਿੱਚ ਇੱਕ ਵੱਡੀ ਖਾਈ ਹੁੰਦੀ ਸੀ, ਜੋ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ। ਇਹ ਖਾਈ ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਬਣਾਈ ਗਈ ਸੀ। ਉਸ ਤੋਂ ਅੱਗੇ ਆ ਗਿਆ ਰੋਹੀੜਾ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਦੀ ਖੁਦਾਈ 1976-77 ਵਿੱਚ ਕੀਤੀ ਗਈ ਸੀ। ਇੱਥੇ ਵੀ ਬਰਤਨ, ਇੱਟਾਂ ਅਤੇ ਮਿੱਟੀ ਦੇ ਖਿਡੌਣੇ ਪ੍ਰਾਪਤ ਕੀਤੇ ਗਏ ਹਨ। ਜੇਕਰ ਸੰਘੋਲ, ਰੋਹੀੜਾ ਅਤੇ ਸਨੇਤ ਨੂੰ ਯਾਦ ਕਰਨਾ ਤਾਂ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ RSS, ਹਿੰਦੂਆਂ ਦੀ ਇੱਕ ਸੰਸਥਾ ਹੈ, ਪਰ ਅਸੀਂ ਉਹਨੂੰ ਅੱਗੇ ਪਿੱਛੇ RSS ਤੋਂ ਬਣਾ ਲਿਆ ਅਸੀਂ SRS। ਤਾਂ ਦੇਖੋ ਸੰਘੋਲ ਜੇਕਰ ਇੰਗਲਿਸ਼ 'ਚ ਲਿਖੀਏ ਤਾਂ SANGHOL ਸੰਘੋਲ, ਅਤੇ ਸੁਨੇਤ SU ਬਾਅਦ 'ਚ ਆਉਂਦਾ, ਤਾਂ ਸੰਘੋਲ ਪਹਿਲਾਂ ਆਊਗਾ 1968, ਫਿਰ ਅਸੀਂ ਵਿਚਕਾਰ ਲੈ ਲਈ, ਰੋਹੀੜਾ 1976-77, ਉਸ ਤੋਂ ਅੱਗੇ ਆ ਗਿਆ ਸੁਨੇਤ। ਜੋ ਸੁਨੇਤ ਹੈ ਇਹ ਜ਼ਿਲ੍ਹਾ ਲੁਧਿਆਣਾ ਵਿੱਚ ਹੈ। 1983-84 ਸੁਨੇਤ,
ਜੋ ਐਸ ਹੈ ਜੇ ਅਸੀਂ ਉਸ ਨੂੰ ਪੂਰਾ ਗੋਲ ਕਰ ਦਈਏ ਤਾਂ ਉਸ ਦਾ 8 ਬਣ ਜਾਂਦਾ ਹੈ। ਤਾਂ ਇਸ ਤਰ੍ਹਾਂ ਜੋੜ ਸਕਦੇ ਹਾਂ ਕਿ 1983-84 ਵਿੱਚ ਖੁਦਾਈ ਕੀਤੀ ਗਈ। ਇੱਥੋਂ ਪ੍ਰਾਪਤ ਹੋਏ ਚੀਜ਼ਾਂ ਦੇ ਅਵਸ਼ੇਸ਼ਾਂ ਤੋਂ ਹੜੱਪਾ ਸਭਿਅਤਾ ਦੇ ਆਖਰੀ ਕਾਲ ਬਾਰੇ ਸੁਨੇਤ ਨੂੰ ਜੇਕਰ ਅਸੀਂ ਜੋੜ ਲਈਏ ਸੁਨੇਹਾ ਤਾਂ ਆਖਰੀ ਸੁਨੇਹਾ ਸੀ। ਤਾਂ ਆਖਰੀ ਸੁਨੇਹਾ ਕਿਹਦਾ ਸੀਗਾ? ਹੜੱਪਾ ਸਭਿਅਤਾ ਦੇ ਅੰਤ ਦਾ। ਤਾਂ ਸੁਨੇਤ, ਸੁਚੇਤ ਕਹਿ ਸਕਦੇ ਹਾਂ, ਸੁਨੇਹਾ ਕਹਿ ਸਕਦੇ ਹਾਂ ਥੋੜ੍ਹਾ ਜੋੜ ਕੇ। ਤਾਂ ਸੁਨੇਹਾ ਕਿਹਦਾ ਸੀ? ਆਖਰੀ ਹੜੱਪਾ ਸਭਿਅਤਾ ਦੇ ਆਖਰੀ ਕਾਲ। ਇਸ ਤੋਂ ਅੱਗੇ ਹੈਗਾ ਕੋਟਲਾ ਨਿਹੰਗ ਖਾਂ। ਇਹ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਦੀ ਖੁਦਾਈ 1953 ਈਸਵੀ ਵਿੱਚ YD ਸ਼ਰਮਾ, ਜੋ ਕੋਟਲਾ ਨਿਹੰਗ ਖਾਂ ਹੈ, ਇਸ ਦੀ ਖੁਦਾਈ 1953 ਵਿੱਚ YD ਸ਼ਰਮਾ ਦੁਆਰਾ ਜਿਸ ਦਾ ਕਰਵਾਈ ਗਈ ਸੀ। ਇੱਥੋਂ ਪ੍ਰਾਪਤ ਹੋਏ ਬਰਤਨ, ਔਜ਼ਾਰ, ਮੋਹਰਾਂ ਅਤੇ ਗਹਿਣੇ ਹੜੱਪਾ ਸੱਭਿਆਚਾਰ ਨਾਲ ਮਿਲਦੇ ਹਨ। ਵਨਾਵਾਲੀ ਤਾਂ ਬਾਣੀਏ ਹਿੰਦੂ ਧਰਮ ਨਾਲ। ਜੇਕਰ ਅਸੀਂ ਬਾਣੀਏ ਦੀ ਗੱਲ ਕਰੀਏ ਤਾਂ ਪੰਜਾਬ ਦੀ ਵੰਡ ਹੋਈ ਸੀ ਇੱਕ ਭਾਸ਼ਾ ਦੇ ਆਧਾਰ 'ਤੇ, ਹਿੰਦੀ ਬੋਲਣ ਵਾਲੇ ਅਤੇ ਪੰਜਾਬੀ ਬੋਲਣ ਵਾਲੇ। ਤਾਂ ਜੋ ਹਿੰਦੀ ਬੋਲਣ ਵਾਲਾ ਤਬਕਾ ਹੈ ਉਹ ਹੈ ਹਰਿਆਣਾ। ਤਾਂ ਜ਼ਿਆਦਾਤਰ ਕਿੱਥੇ ਨੇ ਇਹ? ਹਰਿਆਣਾ। ਤਾਂ ਹਰਿਆਣਾ ਪ੍ਰਾਂਤ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਦੀ ਖੁਦਾਈ ਜੋ ਵਨਾਵਾਲੀ ਹੈ, ਵਨਾਵਾਲੀ ਇਸ ਦੀ ਖੁਦਾਈ 1973 ਈਸਵੀ ਵਿੱਚ RS ਬਿਸਤ, RSS ਤੋਂ ਯਾਦ ਕਰ ਸਕਦੇ ਹੋ ਤੁਸੀਂ, RS ਬਿਸਤ। ਥੋੜ੍ਹਾ ਕਿਸੇ ਨਾਲ ਜੋੜ ਕੇ ਅਸੀਂ ਯਾਦ ਸੌਖਾ ਕਰ ਲੈਂਦੇ ਹਾਂ। ਤਾਂ RS ਬਿਸਤ ਦੁਆਰਾ ਕਰਾਈ ਗਈ ਸੀ। ਇੱਥੇ ਮਿਲੇ ਔਜ਼ਾਰ, ਮੋਹਰਾਂ, ਗਹਿਣੇ ਅਤੇ ਮੂਰਤੀਆਂ ਹੜੱਪਾ ਸੱਭਿਅਤਾ ਨਾਲ ਮਿਲਦੀਆਂ ਜੁਲਦੀਆਂ ਹਨ। ਇਸ ਤੋਂ ਅੱਗੇ ਸਾਡਾ ਨਕਸ਼ਾ ਹੈ, ਇਹ ਤੁਸੀਂ ਚੰਗੀ ਤਰ੍ਹਾਂ ਭਰ ਕੇ ਦੇਖਣਾ ਹੈ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਹਰਿਆਣਾ ਪ੍ਰਾਂਤ ਦੇ ਰਾਖੀਗੜ੍ਹੀ, ਮਿੱਥਾਥਲ ਅਤੇ ਕੁਨਾਲ ਆਦਿ ਵਿਖੇ ਖੁਦਾਈਆਂ ਤੋਂ ਪ੍ਰਾਪਤ ਹੋਈਆਂ ਵਸਤਾਂ ਅਤੇ ਬਰਤਨਾਂ ਆਦਿ ਤੋਂ ਇਹਨਾਂ ਸਥਾਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਹੈ। ਇਹ ਬਾਅਦ ਦੇ ਵਿੱਚ ਰਾਖੀਗੜ੍ਹੀ, ਮਿੱਥਾਥਲ ਅਤੇ ਕਨਾਲ ਆਦਿ ਨੂੰ ਵੀ ਖੋਦਿਆ ਗਿਆ। ਨਗਰ ਯੋਜਨਾ ਆਧੁਨਿਕ ਮਹਾਨਗਰਾਂ ਦੀ ਤਰ੍ਹਾਂ ਯੋਜਨਾਬੱਧ ਨਗਰ ਇਸ ਸਭਿਅਤਾ ਦੀ ਵਿਸ਼ੇਸ਼ਤਾ ਨੇ। ਭਾਵ ਪੂਰਾ ਯੋਜਨਾਬੱਧ, ਪੂਰਾ ਪਲਾਨਿੰਗ। ਜੋ ਟਾਊਨ ਸੀ ਉਹ ਪੂਰਾ ਪਲਾਨਿੰਗ ਨਾਲ ਬਣਾਏ ਗਏ ਸੀ। ਆਮ ਤੌਰ 'ਤੇ ਨਗਰ ਦੋ ਭਾਗਾਂ ਵਿੱਚ, ਪੱਛਮੀ ਭਾਗ ਅਤੇ ਪੂਰਬੀ ਭਾਗ। ਕਿਲ੍ਹੇਬੰਦੀ ਵਾਲੇ ਉੱਪਰਲੇ ਭਾਗ, ਜੋ ਪੱਛਮੀ ਭਾਗ ਸੀ ਉਹ ਕਿਲ੍ਹੇਬੰਦੀ, ਭਾਵ ਕਿਲ੍ਹੇਬੰਦੀ ਕੀਤੀ ਹੁੰਦੀ ਸੀ। ਪੱਛਮੀ ਭਾਗ ਵਾਲੇ ਪਾਸੇ ਵਿੱਚ ਸਰਵਜਨਕ ਭਵਨ ਅਤੇ ਸ਼ਾਸਕਾਂ ਦੇ, ਭਾਵ ਜੋ ਲੋਕਾਂ ਨੇ ਪਬਲਿਕ ਪਲੇਸਿਸ, ਪਬਲਿਕ ਜਿੱਥੇ ਲੋਕ ਇਕੱਠੇ ਹੁੰਦੇ ਸਨ ਉਹ ਭਵਨ ਸਨ। ਪੱਛਮ ਵਾਲੇ ਪਾਸੇ ਉਹਨੂੰ ਕਿਲ੍ਹੇਬੰਦੀ ਕੀਤੀ ਹੁੰਦੀ ਸੀ ਚਾਰੇ ਪਾਸਿਆਂ ਤੋਂ, ਅਤੇ ਸ਼ਾਸਕ ਰੂਲਰਾਂ ਦੇ ਘਰ ਹੁੰਦੇ ਸਨ। ਹੇਠਲਾ ਭਾਗ ਜੋ ਪੂਰਬ ਵਾਲੇ ਪਾਸੇ ਆਮ ਲੋਕ ਰਹਿੰਦੇ ਸਨ। ਸ਼ਹਿਰਾਂ ਵਿੱਚ ਸੜਕਾਂ ਚੌੜੀਆਂ ਅਤੇ ਸਿੱਧੀਆਂ ਹੁੰਦੀਆਂ ਸਨ, ਜੋ ਕਿ ਇੱਕ ਦੂਜੀ ਨੂੰ ਸਮਕੋਣ 90 ਡਿਗਰੀ ਦੇ ਐਂਗਲ 'ਤੇ ਕੱਟਦੀਆਂ ਸਨ। ਮੁੱਖ ਰਸਤਿਆਂ 'ਤੇ ਘਰਾਂ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ ਸਨ। ਇਸ ਸਭਿਅਤਾ ਵਿੱਚ ਨਾਲੀਆਂ ਦਾ ਪ੍ਰਬੰਧ ਵੀ ਬਹੁਤ ਚੰਗਾ ਸੀ। ਗਲੀਆਂ ਦੇ ਦੋਵੇਂ ਪਾਸੇ ਧਰਤੀ ਦੇ ਹੇਠਾਂ ਢਕੀਆਂ ਹੋਈਆਂ ਨਾਲੀਆਂ ਹੁੰਦੀਆਂ ਸਨ, ਜਿਹੜੀਆਂ ਕਿ ਧਰਤੀ ਦੇ ਅੰਦਰ ਇੱਕ ਮੁੱਖ ਨਾਲੇ ਵਿੱਚ ਡਿੱਗਦੀਆਂ ਸਨ। ਇਹਨਾਂ ਨਾਲ ਗੰਦਾ ਪਾਣੀ ਸ਼ਹਿਰ ਤੋਂ ਬਾਹਰ ਲੈ ਜਾਂਦਾ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਵਰਤਮਾਨ ਸਮੇਂ ਹੈ, ਸਾਡੇ ਬਾਹਰ ਨਾਲੀਆਂ ਹੁੰਦੀਆਂ ਨੇ, ਉਹ ਫਿਰ ਨਾਲੀਆਂ ਇੱਕ ਮੁੱਖ ਨਾਲੇ ਵਿੱਚ ਜਾ ਕੇ ਡਿੱਗਦੀਆਂ ਹਨ, ਜੋ ਅੱਗੇ ਜਾ ਕੇ ਇੱਕ ਵੱਡੇ ਨਾਲੇ ਵਿੱਚ ਸਾਰੇ ਪਿੰਡ, ਭਾਵ ਸਾਰੇ ਸ਼ਹਿਰ ਦਾ ਪਾਣੀ ਲੈ ਜਾਂਦੀਆਂ ਹਨ। ਇੱਕ ਸ਼ਹਿਰੀ ਸਭਿਅਤਾ ਸੀ, ਨਾ ਕਿ ਪੇਂਡੂ। ਸ਼ਹਿਰੀ ਸਭਿਅਤਾ ਸੀ। ਮਕਾਨ ਪੱਕੀਆਂ ਇੱਟਾਂ ਅਤੇ ਲੱਕੜਾਂ ਦੇ, ਜੋ ਮਕਾਨ ਸੀ ਉਹ ਪੱਥਰ ਦੇ ਨਹੀਂ ਸਨ, ਪੱਕੀਆਂ ਇੱਟਾਂ ਅਤੇ ਲੱਕੜੀ ਦੇ ਬਣੇ ਹੋਏ ਸਨ। ਮਕਾਨ ਬਣਾਉਣ ਲਈ ਪੱਥਰਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ। ਵੱਡੇ ਮਕਾਨਾਂ ਵਿੱਚ ਬਹੁਤ ਸਾਰੇ ਕਮਰੇ ਹੁੰਦੇ ਸਨ, ਜਿਵੇਂ ਸਾਡੇ ਅੱਜ ਕੱਲ੍ਹ ਹੈ, ਜਦੋਂ ਕਿ 1 ਜਾਂ 2 ਕਮਰਿਆਂ ਵਾਲੇ ਛੋਟੇ ਮਕਾਨ ਵੀ ਮਿਲੇ ਹਨ। ਹਰੇਕ ਮਕਾਨ ਵਿੱਚ ਇੱਕ ਰਸੋਈ ਘਰ ਅਤੇ ਇੱਕ ਇਸ਼ਨਾਨ ਘਰ, ਇੱਕ ਬਾਥਰੂਮ ਹੁੰਦਾ ਸੀ। ਇਹ ਵੀ ਅੱਜ ਕੱਲ੍ਹ ਵਾਂਗੂ ਕਈ ਵਾਰੀ ਵੱਡੇ ਮਕਾਨ 2 ਮੰਜ਼ਿਲਾਂ ਵਾਲੇ ਵੀ ਹੁੰਦੇ ਸਨ, ਡਬਲ ਸਟੋਰੀ। ਉਹਨਾਂ ਵਿੱਚ ਇੱਕ ਵਿਹੜਾ ਅਤੇ ਇੱਕ ਖੂਹ ਵੀ ਹੁੰਦਾ ਸੀ। ਸਿੰਪਲ ਜੀ ਗੱਲ ਹੈ, ਜੋ ਜਿੰਨਾ ਵੱਡਾ ਘਰ ਉਨੀਆਂ ਵੱਡੀਆਂ ਸਹੂਲਤਾਂ। ਅਤੇ ਇੱਕ ਵਿਹੜਾ ਵੱਡਾ ਅਤੇ ਇੱਕ ਖੂਹ ਵੀ ਹੁੰਦਾ ਸੀ। ਘਰ ਦੀਆਂ ਨਾਲੀਆਂ ਬਾਹਰ ਗਲੀ ਦੀਆਂ ਧਰਤੀ ਹੇਠਲੀਆਂ ਨਾਲੀਆਂ ਨਾਲ ਜੁੜੀਆਂ ਹੁੰਦੀਆਂ ਸਨ। ਇਹ ਸਾਰਿਆਂ ਨੂੰ ਪਤਾ ਹੀ ਹੈ। ਜਿਸ ਤਰ੍ਹਾਂ ਸਾਡੇ ਵਰਤਮਾਨ ਸਮੇਂ ਹੈ, ਬਿਲਕੁਲ ਉਸੇ ਤਰ੍ਹਾਂ ਹੀ ਸਿੰਧ ਘਾਟੀ ਸਭਿਅਤਾ ਸਮੇਂ ਸੀ। ਸਿੰਧ ਘਾਟੀ ਸਭਿਅਤਾ ਦੇ ਬਹੁਤ ਸਾਰੇ ਸਥਾਨਾਂ ਤੋਂ ਬਹੁਤ ਵੱਡੇ ਸਰਵਜਨਕ ਭਵਨ, ਪਬਲਿਕ ਹਾਲਸ, ਜਿਸ ਤਰ੍ਹਾਂ ਅੱਜ ਕੱਲ੍ਹ ਪਬਲਿਕ ਹਾਲਸ ਹੁੰਦੇ ਨੇ, ਇਸ ਤਰ੍ਹਾਂ ਸਰਵਜਨਕ ਪਬਲਿਕ ਹਾਲਸ ਮਿਲੇ ਹਨ।
ਇੱਕ ਵੱਡਾ ਖੰਭਿਆਂ ਵਾਲਾ ਭਵਨ, ਇੱਕ ਬਿਗ ਪਿਲਰਡ ਹਾਲ, ਵੱਡਾ ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਵੱਡੇ ਵੱਡੇ ਪਿਲਰਾਂ ਵਾਲੇ ਹਾਲ ਹੁੰਦੇ ਹਨ, ਮੋਹਨਜੋਦਾਰੋ ਵਿੱਚ ਮਿਲਿਆ ਹੈ। ਜਿਹੜਾ ਮੋਹਨਜੋਦਾਰੋ ਹੈ, ਇਸ ਦਾ ਅਰਥ ਹੈ ਮੁਰਦਿਆਂ ਦਾ ਟਿੱਲਾ। ਸ਼ਾਇਦ ਇਹ ਜਨ ਸਭਾਵਾਂ, ਪਬਲਿਕ ਮੀਟਿੰਗ ਜਾਂ ਧਾਰਮਿਕ ਕੰਮਾਂ ਲਈ ਵਰਤਿਆ ਜਾਂਦਾ ਸੀ। ਹੜੱਪਾ ਵਿੱਚ ਇੱਕ ਵੱਡਾ ਅਨਾਜ ਘਰ, ਗੋਦਾਮ ਜਿਸ ਨੂੰ ਅਸੀਂ ਕਹਿੰਦੇ ਹਾਂ ਗ੍ਰੇਨਰੀ, ਇੱਕ ਵੱਡਾ ਅਨਾਜ ਘਰ ਹੜੱਪਾ ਤੋਂ ਮਿਲਿਆ। ਇਹ ਤੁਹਾਨੂੰ ਇਸ ਤਰ੍ਹਾਂ ਹੀ ਯਾਦ ਕਰਨਾ ਪਊ ਵੀ ਕਿਹੜੀ ਚੀਜ਼ ਕਿੱਥੋਂ ਮਿਲੀ ਆ। ਇੱਕ ਸਰਬਜਨਕ ਭਵਨ ਮਿਲਿਆ ਗਾ ਮੋਹਨਜੋਦਾਰੋ ਵਿੱਚੋਂ, ਇੱਕ ਵੱਡਾ ਅਨਾਜ ਘਰ ਮਿਲਿਆ ਹੈ ਹੜੱਪਾ ਦੇ ਵਿੱਚੋਂ। ਗੁਜਰਾਤ ਵਿੱਚ ਲੋਥਲ ਇੱਕ ਬੰਦਰਗਾਹ ਸੀ। ਤੁਹਾਨੂੰ ਕੁਐਸਚਨ ਆਦਾ ਵੀ ਲੋਥਲ ਕੀ ਸੀ? ਇੱਕ ਬੰਦਰਗਾਹ। ਕਿੱਥੇ ਸੀ? ਗੁਜਰਾਤ ਵਿੱਚ। ਇਸ ਵਿੱਚ ਇੱਕ ਵੱਡਾ ਅਤੇ ਯੋਜਨਾ ਬੰਦਰਗਾਹ ਤੇ ਜਹਾਜ਼ ਖੜੇ ਕਰਨ ਦਾ ਵਿਹੜਾ ਵੀ ਸੀ। ਮੋਹਨਜੋਦੜੋ ਵਿੱਚ ਇੱਕ ਵੱਡਾ ਇਸ਼ਨਾਨ ਘਰ। ਤੁਹਾਨੂੰ ਕੁਐਸਚਨ ਆਊ ਇੱਕ ਵੱਡਾ ਇਸ਼ਨਾਨ ਘਰ ਕਿੱਥੋਂ ਮਿਲਿਆ? ਪੱਕੀਆਂ ਇੱਟਾਂ ਨਾਲ ਬਣੇ ਹੋਏ ਇਸ ਪੌੜੀਆਂ ਵਾਲੇ ਤਲਾਅ ਦਾ ਆਕਾਰ, ਜੋ ਆਕਾਰ ਹੈ ਇਹ ਪੇਪਰ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਹਰੇਕ ਕਿਤਾਬ ਦੇ ਵਿੱਚ ਵੱਖਰੇ ਵੱਖਰੇ ਅੰਕੜੇ ਹਨ। ਤਾਂ ਤੁਹਾਨੂੰ ਕੁਐਸਚਨ ਆਊ ਇੱਕ ਵੱਡਾ ਤਲਾਅ, ਇੱਕ ਵੱਡਾ ਇਸ਼ਨਾਨ ਘਰ ਕਿੱਥੋਂ ਮਿਲਿਆ ਹੈ? ਜਾਂ ਤੁਹਾਨੂੰ ਕੁਐਸਚਨ ਆਊ ਇਹ ਕਾਹਦਾ ਬਣਿਆ ਹੋਇਆ ਸੀ? ਪੱਕੀਆਂ ਇੱਟਾਂ ਦਾ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਵਰਤਮਾਨ ਸਮੇਂ ਸਰੋਵਰ ਨੇ, ਸਾਡੇ ਤਲਾਅ ਨੇ, ਬਿਲਕੁਲ ਉਸੇ ਤਰ੍ਹਾਂ ਪੱਕੀਆਂ ਇੱਟਾਂ ਦਾ ਪਲਾਸਟਰ ਕੀਤਾ ਹੋਇਆ ਤਾਂ ਕਿ ਅੰਦਰ ਪਾਣੀ ਨਾ ਜਾ ਸਕੇ। ਇਸ ਦੇ ਨੇੜੇ ਇੱਕ ਖੂਹ ਤੋਂ ਪਾਣੀ ਭਰਿਆ ਜਾਂਦਾ ਸੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਨਾਲਾ, ਇੱਕ ਪਾਈਪਲਾਈਨ ਵੀ ਪੂਰੀ ਫਿੱਟ ਕੀਤੀ ਹੋਈ ਸੀ। ਇਸ਼ਨਾਨ ਘਰ ਦੇ ਚਾਰੇ ਪਾਸੇ ਕਮਰੇ ਅਤੇ ਬਰਾਂਡੇ ਬਣੇ ਹੋਏ ਸਨ, ਡਰੈਸਿੰਗ ਰੂਮ, ਤਾਂ ਕਿ ਜੋ ਲੋਕ ਇਸ਼ਨਾਨ ਕਰਦੇ ਨੇ ਉਹ ਆਪਣੇ ਕੱਪੜੇ ਬਦਲ ਸਕਣ। ਤੁਹਾਡੀ ਕਿਤਾਬ ਦੇ ਵਿੱਚ ਇਹ ਫੋਟੋ ਸਾਫ਼ ਹੈ, ਤੁਸੀਂ ਦੇਖ ਸਕਦੇ ਹੋ। ਸਮਾਜਿਕ ਜੀਵਨ। ਹੜੱਪਾ ਸੱਭਿਅਤਾ ਇੱਕ ਸ਼ਹਿਰੀ ਨਾਗਰਿਕ ਸੱਭਿਅਤਾ ਹੋਣ ਕਰਕੇ ਇਸ ਦਾ ਸਮਾਜ ਬਹੁਤ ਵਿਕਸਿਤ ਸੀ। ਇਹ ਇੱਕ ਅਰਬਨ ਸੀ, ਨਾ ਕਿ ਪੇਂਡੂ। ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਅਤੇ ਦੁੱਧ ਆਦਿ ਲੋਕਾਂ ਦੇ ਭੋਜਨ ਦੇ ਮੁੱਖ ਪਦਾਰਥ ਸਨ। ਲੋਕਾਂ ਦੁਆਰਾ ਮਾਸਾਹਾਰੀ ਭੋਜਨ ਵੀ ਕੀਤਾ ਜਾਂਦਾ ਸੀ। ਇੱਥੇ ਮੱਛੀਆਂ ਫੜਨ ਵਾਲੇ ਕਾਂਟੇ ਵੀ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਕਿ ਮੱਛੀ ਵੀ ਲੋਕਾਂ ਦੇ ਭੋਜਨ ਦਾ ਅੰਗ ਸੀ। ਲੋਕਾਂ ਦੁਆਰਾ ਸੂਤੀ ਅਤੇ ਉੱਨੀ, ਕਾਟਨ ਅਤੇ ਵੂਲ ਦੋਵਾਂ ਤਰ੍ਹਾਂ ਦੇ ਕੱਪੜੇ ਪਾਏ ਜਾਂਦੇ ਸਨ। ਇਸਤਰੀਆਂ ਘੱਗਰਾ ਅਤੇ ਚੋਲੀ, ਜਿਸ ਤਰ੍ਹਾਂ ਅੱਜ ਕੱਲ੍ਹ ਇਸਤਰੀਆਂ ਘੱਗਰਾ ਅਤੇ ਚੋਲੀ ਪਾਉਂਦੀਆਂ ਨੇ, ਇਸ ਤਰ੍ਹਾਂ ਘੱਗਰਾ ਅਤੇ ਚੋਲੀ ਪਹਿਨਦੀਆਂ ਸਨ। ਜਦੋਂ ਕਿ ਮਰਦ ਧੋਤੀ ਅਤੇ ਉੱਪਰਲੇ ਭਾਗ 'ਤੇ ਇੱਕ ਸ਼ਾਲ ਲਪੇਟਦੇ ਸਨ, ਜੋ ਕਿ ਖੱਬੇ ਮੋਢੇ ਦੇ ਉੱਪਰ ਅਤੇ ਸੱਜੀ ਬਾਂਹ ਦੇ ਹੇਠਾਂ ਲਪੇਟਿਆ ਜਾਂਦਾ ਸੀ। ਮਰਦ ਅਤੇ ਇਸਤਰੀਆਂ ਦੋਵੇਂ ਹੀ ਗਹਿਣਿਆਂ ਅਤੇ ਫੈਸ਼ਨ ਦੇ ਸ਼ੌਕੀਨ ਸਨ। ਅਮੀਰ ਲੋਕ ਸੋਨਾ, ਚਾਂਦੀ ਅਤੇ ਕੀਮਤੀ ਪੱਥਰਾਂ ਦੇ ਗਹਿਣੇ ਪਹਿਨਦੇ ਸਨ। ਜਿਵੇਂ ਅੱਜ ਕੱਲ੍ਹ ਅਮੀਰ ਲੋਕ ਸੋਨਾ ਚਾਂਦੀ ਪਾਉਂਦੇ ਨੇ, ਇਸ ਤਰ੍ਹਾਂ ਇਹਨਾਂ ਸਮੇਂ ਸੀ। ਜਦ ਕਿ ਗਰੀਬ ਲੋਕ ਹੱਡੀਆਂ, ਪੱਕੀ ਹੋਈ ਮਿੱਟੀ ਅਤੇ ਮਣਕਿਆਂ, ਜੋ ਗਰੀਬ ਲੋਕ ਉਹ ਹੱਡੀਆਂ, ਪੱਕੀ ਹੋਈ ਮਿੱਟੀ ਅਤੇ ਮਣਕਿਆਂ ਦੇ ਬਣੇ ਹੋਏ ਗਹਿਣੇ ਪਹਿਨਦੇ ਸਨ। ਇਸਤਰੀਆਂ ਚੂੜੀਆਂ, ਹਾਰ, ਵਾਲੀਆਂ ਆਦਿ ਪਹਿਨਦੀਆਂ ਸਨ। ਮਰਦ ਕੈਂਠੇ, ਕੜੇ ਅਤੇ ਵਾਲੀਆਂ, ਜਿਵੇਂ ਬ੍ਰੈਸਲੈਟਸ ਅੱਜ ਕੱਲ੍ਹ ਅਸੀਂ ਪਾਉਂਦੇ ਹਾਂ, ਉਸੇ ਤਰ੍ਹਾਂ ਇਹ ਲੋਕ ਸ਼ਿੰਗਾਰ ਕਰਦੇ ਸਨ। ਇਸਤਰੀਆਂ ਆਪਣੇ ਵਾਲ ਸੁੰਦਰ ਢੰਗ ਨਾਲ ਸੰਵਾਰਦੀਆਂ ਸਨ। ਉਹ ਬੁੱਲ੍ਹਾਂ 'ਤੇ ਲਾਲੀ, ਅੱਖਾਂ ਵਿੱਚ ਸੁਰਮਾ ਅਤੇ ਹੋਰ ਸ਼ਿੰਗਾਰ ਵੀ ਕਰਦੀਆਂ ਸਨ। ਮਰਦ ਜਿਵੇਂ ਅੱਜ ਕੱਲ੍ਹ ਦਾੜੀ ਵੀ ਰੱਖਦੇ ਸਨ ਅਤੇ ਦਾੜੀ ਤੋਂ ਬਿਨਾਂ ਵੀ ਹੁੰਦੇ ਸਨ, ਅਤੇ ਕੁਝ ਮਰਦ ਮੱਥੇ 'ਤੇ ਇੱਕ ਪੱਟੀ ਵੀ ਬੰਨ੍ਹ ਲੈਂਦੇ ਸਨ। ਇਹ ਉਹਨਾਂ ਦੇ ਹਾਰ ਸ਼ਿੰਗਾਰ ਦੇ ਗਹਿਣੇ ਦਿਖਾਏ ਗਏ ਹਨ। ਲੋਕ ਖੇਡਾਂ ਦੇ ਸ਼ੌਕੀਨ ਸਨ। ਨੱਚਣਾ, ਨੱਚਣਾ, ਜੂਆ ਖੇਡਣਾ, ਸ਼ਿਕਾਰ ਕਰਨਾ, ਚੌਪਟ, ਇਹਨਾਂ ਦੇ ਦੌੜ, ਇਹਨਾਂ ਦੇ ਮਨੋਰੰਜਨ ਦੇ ਸਾਧਨ ਸਨ। ਪੱਕੀ ਮਿੱਟੀ ਦੇ ਤਰ੍ਹਾਂ ਤਰ੍ਹਾਂ ਦੇ ਖਿਡੌਣੇ, ਜਿਵੇਂ ਕਿ ਜਾਨਵਰਾਂ ਦੀਆਂ ਮੂਰਤੀਆਂ, ਬੈਲ ਗੱਡੀਆਂ ਆਦਿ ਵੀ ਬਣਾਏ ਜਾਂਦੇ ਸਨ। ਆਰਥਿਕ ਜੀਵਨ, ਇਕਨੋਮਿਕ ਲਾਈਫ। ਇਸ ਕਾਲ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਲੋਕਾਂ ਦਾ ਮੁੱਖ ਕਿੱਤਾ ਸੀ। ਖੇਤੀਬਾੜੀ ਵੀ ਸੀ, ਇਹ ਪਸ਼ੂ ਵੀ ਪਾਲਦੇ ਸਨ। ਵੱਖ ਵੱਖ ਤਰ੍ਹਾਂ ਦੇ ਅਨਾਜ, ਸਬਜ਼ੀਆਂ, ਕਪਾਹ ਆਦਿ ਉਗਾਏ ਜਾਂਦੇ ਸਨ। ਜੋ ਕਪਾਹ ਹੈ, ਕਪਾਹ ਸਭ ਤੋਂ ਪਹਿਲਾਂ ਕਪਾਹ ਬਾਰੇ ਜਾਣਕਾਰੀ ਇਹਨਾਂ ਲੋਕਾਂ ਨੂੰ ਸੀ। ਅਤੇ ਜੋ ਗ੍ਰੀਕ ਲੋਕ ਨੇ, ਯੂਨਾਨੀ ਲੋਕ ਨੇ, ਯੂਨਾਨੀਆਂ ਨੇ ਵੀ ਕਪਾਹ ਬਾਰੇ ਜੋ ਜਾਣਕਾਰੀ ਪ੍ਰਾਪਤ ਕੀਤੀ ਸੀ, ਉਹ ਸਿੰਧ ਘਾਟੀ ਦੇ ਲੋਕਾਂ ਤੋਂ ਹੀ ਪ੍ਰਾਪਤ ਕੀਤੀ ਸੀ। ਵਾਹੀ ਕੀਤੇ ਹੋਏ ਖੇਤਾਂ ਦੇ ਅਵਸ਼ੇਸ਼ ਕਾਲੀ ਬੰਗਾ, ਜੋ ਕਾਲੀ ਬੰਗਾ ਹੈ ਰਾਜਸਥਾਨ ਵਿੱਚ ਹੈ, ਤਾਂ ਕਾਲੀ ਬੰਗਾ ਤੋਂ ਵਾਹੀ ਕੀਤੇ ਹੋਏ ਖੇਤਾਂ ਦੇ ਅਵਸ਼ੇਸ਼ ਮਿਲੇ ਹਨ। ਇਹ ਇਸੇ ਤਰ੍ਹਾਂ ਕੁਐਸਚਨ ਆ ਜਾਂਦੇ ਨੇ ਕਿ ਵਾਹੀ ਕੀਤੇ ਹੋਏ ਖੇਤਾਂ ਦੇ ਅਵਸ਼ੇਸ਼ ਕਿੱਥੋਂ ਮਿਲੇ ਨੇ? ਕਾਲੀ ਬੰਗਾ, ਜੋ ਕਿ ਰਾਜਸਥਾਨ ਦੇ ਵਿੱਚ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਖੇਤੀਬਾੜੀ ਦਾ ਢੰਗ ਅੱਜ ਕੱਲ੍ਹ ਵਰਗਾ ਹੀ ਸੀ। ਉਸ ਸਮੇਂ ਭੇਡਾਂ, ਬੱਕਰੀਆਂ, ਬਲਦ, ਮੱਝ, ਊਠ, ਹਾਥੀ, ਘੋੜੇ ਅਤੇ ਕੁੱਤੇ ਪਾਲੇ ਜਾਂਦੇ ਸਨ।
ਤਾਂਬੇ ਦੀਆਂ ਵਸਤਾਂ, ਤੱਕਲੇ, ਸੂਈਆਂ, ਮੱਛੀਆਂ ਫੜਨ ਵਾਲੇ ਕਾਂਟੇ, ਤੋਲਣ ਵਾਲੇ ਬੱਟੇ, ਸੋਨੇ, ਚਾਂਦੀ ਅਤੇ ਪੱਥਰਾਂ ਦੇ ਗਹਿਣੇ, ਪੱਕੀ ਮਿੱਟੀ ਦੀਆਂ ਵਸਤਾਂ, ਹਥਿਆਰ ਜਿਵੇਂ ਕਿ ਕੁਹਾੜੀਆਂ, ਬਰਛੇ, ਭਾਲੇ, ਚਾਕੂ, ਸਭ ਕੁਝ ਵਪਾਰ ਕਰਦੇ ਸੀ ਇਹ ਮੈਸੋਪੋਟਾਮੀਆ ਨਾਲ। ਵਪਾਰ ਵੱਧ ਕਰਦੇ ਸੀ ਇਹ ਮੈਸੋਪੋਟਾਮੀਆ ਨਾਲ। ਪੱਕੀ ਮਿੱਟੀ ਅਤੇ ਕੂਲੇ ਚੀਕਨੇ ਪੱਥਰ, ਭਾਵ ਚਮਕਦਾਰ ਪੱਥਰਾਂ ਦੀਆਂ ਬਣੀਆਂ ਹੋਈਆਂ ਕੁਝ ਮੁਦਰਾਵਾਂ, ਕੋਇਨਜ਼ ਮਿਲੇ ਹਨ, ਜਿਨ੍ਹਾਂ 'ਤੇ ਕਿਸ਼ਤੀਆਂ ਅਤੇ ਜਹਾਜ਼ਾਂ ਦੇ ਚਿੱਤਰ ਬਣੇ ਹੋਏ ਸਨ। ਧਰਮ। ਸਿੰਧ ਘਾਟੀ ਸੱਭਿਅਤਾ ਦੇ ਵੱਖ-ਵੱਖ ਸਥਾਨਾਂ ਤੋਂ ਪ੍ਰਾਪਤ ਹੋਈਆਂ ਪੱਕੀ ਮਿੱਟੀ ਦੀਆਂ ਮੂਰਤੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਮਾਤਾ ਦੇਵੀ ਦੀ ਪੂਜਾ ਵੱਧ ਕਰਦੇ ਸਨ। ਕੁਝ ਮੁਦਰਾਵਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਜੋਗੀ ਮੁਦਰਾ ਵਿੱਚ ਇੱਕ ਮਨੁੱਖ ਤਪੱਸਿਆ ਜਾਨਵਰਾਂ ਨਾਲ ਘਿਰਿਆ ਹੋਇਆ ਦਿਖਾਇਆ ਗਿਆ ਹੈ। ਉਸ ਨੂੰ ਪਸ਼ੂਪਤੀ ਕਿਹਾ ਗਿਆ, ਭਾਵ ਉਸਦੇ ਚਾਰੇ ਪਾਸੇ ਜਾਨਵਰ ਹੀ ਜਾਨਵਰ ਹਨ। ਉਸ ਨੂੰ ਪਸ਼ੂਪਤੀ ਕਿਹਾ ਜਾਂਦਾ ਹੈ, ਜੋ ਕਿ ਭਗਵਾਨ ਸ਼ਿਵ ਦਾ ਨਾਂ ਹੈ। ਜੋ ਭਗਵਾਨ ਸ਼ਿਵ ਹੈ, ਉਸ ਨੂੰ ਪਸ਼ੂਪਤੀ ਵੀ ਕਿਹਾ ਜਾਂਦਾ ਹੈ। ਸ਼ਿਵ ਦੀ ਪੂਜਾ ਸ਼ਿਵਲਿੰਗ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਸੀ। ਜਿਵੇਂ ਵਰਤਮਾਨ ਸਮੇਂ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਇਹ ਲੋਕ ਵੀ ਕਰਦੇ ਸਨ। ਕੁਝ ਮੁਦਰਾਵਾਂ ਤੋਂ ਬਲਦ ਦਾ ਵੀ ਚਿੱਤਰ ਮਿਲਿਆ, ਭਾਵ ਇਹ ਬਲਦ ਦੀ ਵੀ ਪੂਜਾ ਕਰਦੇ ਸਨ। ਸ਼ਾਇਦ ਉਸ ਸਮੇਂ ਬਲਦ ਦੀ ਵੀ ਪੂਜਾ ਕੀਤੀ ਜਾਂਦੀ ਸੀ। ਉਸ ਸਮੇਂ ਦਰਖਤਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਪਿੱਪਲ ਦੇ ਦਰਖਤ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਹਿੰਦੂ ਧਰਮ ਦੇ ਵਿੱਚ ਪਿੱਪਲ ਨੂੰ ਪਵਿੱਤਰ ਮੰਨਿਆ ਜਾਂਦਾ, ਉਸੇ ਤਰ੍ਹਾਂ ਇਹ ਲੋਕ ਵੀ ਪਿੱਪਲ ਦੀ ਪੂਜਾ ਕਰਦੇ ਸਨ, ਮਾਤ ਦੇਵੀ ਦੀ ਪੂਜਾ ਕਰਦੇ ਸਨ, ਸ਼ਿਵਲਿੰਗ ਦੀ ਪੂਜਾ ਕਰਦੇ ਸਨ, ਬਲਦ ਦੀ ਪੂਜਾ ਕਰਦੇ ਸਨ। ਕਲਾ ਅਤੇ ਲਿਪੀ। ਇਸ ਕਾਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਲਾਵਾਂ ਬਹੁਤ ਵਿਕਸਿਤ ਸਨ। ਪੱਕੀ ਮਿੱਟੀ ਦੇ ਖਿਡੌਣੇ, ਪੱਥਰ ਅਤੇ ਧਾਤ ਦੀਆਂ ਮੂਰਤੀਆਂ। ਪੱਕੀ ਮਿੱਟੀ, ਸਟੇਟਾਈਟ, ਪੱਥਰ ਅਤੇ ਧਾਤ ਦੀਆਂ ਮੂਰਤੀਆਂ, ਤਿੰਨਾਂ ਦੀਆਂ, ਪੱਕੀ ਮਿੱਟੀ ਦੀਆਂ ਵੀ, ਪੱਥਰਾਂ ਦੀਆਂ ਵੀ, ਧਾਤ ਦੀਆਂ ਵੀ। ਭਾਵ ਪੱਥਰ ਯੁੱਗ ਤੋਂ ਬਾਅਦ ਇਹਨਾਂ ਲੋਕਾਂ ਨੂੰ ਧਾਤਾਂ ਬਾਰੇ ਵੀ ਪਤਾ ਲੱਗ ਗਿਆ ਸੀ। ਮੋਹਨਜੋਦੜੋ ਤੋਂ ਪ੍ਰਾਪਤ ਹੋਈ ਕਾਂਸੀ ਦੀ ਨ੍ਰਿਤਕੀ, ਬ੍ਰੌਂਜ਼ੇ। ਕੁਐਸਚਨ ਦਾ ਕਿੱਥੋਂ ਹੋਈ ਹੈ ਕਾਂਸੇ ਦੀ ਨ੍ਰਿਤਕੀ ਦੀ ਮੂਰਤੀ? ਇੱਕ ਪੁਜਾਰੀ ਜਾਂ ਕਿਸੇ ਇੱਕ ਰਾਜੇ ਦਾ ਪੱਥਰ ਜੋ ਧੜ ਮਿਲਿਆ ਉਹ ਪੱਥਰ ਦਾ ਸੀ, ਜੋ ਮੂਰਤੀ ਮਿਲੀ ਹੈ ਨ੍ਰਿਤਕੀ ਦੀ ਉਹ ਸੀ ਕਾਂਸੇ ਦੀ, ਬ੍ਰੌਂਜ਼ੇ ਦੀ, ਜਿਸ ਵਿੱਚ ਉਸਦੀ ਦਾੜੀ ਵੀ ਦਿਖਾਈ ਗਈ ਹੈ ਅਤੇ ਸਿਰ ਉੱਪਰ ਇੱਕ ਪੱਟੀ ਬੰਨੀ ਹੋਈ ਹੈ। ਇੱਕ ਮਰਦ ਦਾ ਧੜ ਜਿਸ ਵਿੱਚ ਹੱਥ ਪੈਰ ਚੱਲ ਸਕਦੇ ਹਨ, ਕਲਾ ਦੀਆਂ ਸੁੰਦਰ ਉਦਾਹਰਨਾਂ ਹਨ। ਧਾਗੇ ਨਾਲ ਖਿੱਚੀਆਂ ਜਾਣ ਵਾਲੀਆਂ ਮਿੱਟੀ ਦੀਆਂ ਗੱਡੀਆਂ, ਸੋਟੀ ਉੱਪਰ ਹੇਠਾਂ ਜਾਣ ਵਾਲੇ ਬਾਂਦਰ, ਜਿਸ ਤਰ੍ਹਾਂ ਅੱਜ ਕੱਲ੍ਹ ਹੈ। ਇਹ ਤੁਸੀਂ ਦੇਖ ਸਕਦੇ ਕਾਂਸੇ ਦੀ ਨ੍ਰਿਤਕੀ ਹੈ ਅਤੇ ਇਹ ਇੱਕ ਮਰਦ ਦਾ ਧੜ ਹੈ। ਇਹ ਪੱਥਰ ਦਾ ਹੈ, ਜੋ ਨ੍ਰਿਤਕੀ ਹੈ ਇਹ ਕਾਂਸੇ ਦੀ ਹੈ। ਇਹ ਦੋਵੇਂ ਕਿੱਥੋਂ ਮਿਲੀਆਂ ਨੇ? ਦੋਵੇਂ ਇਹ ਮੋਹਨਜੋਦੜੋ ਵਿੱਚੋਂ ਮਿਲੀਆਂ ਹਨ। ਜੋਗੀ ਦੀ ਮੂਰਤੀ ਪੱਥਰ ਦੀ ਬਣੀ ਆ ਅਤੇ ਨ੍ਰਿਤਕੀ ਦੀ ਮੂਰਤੀ ਕਾਂਸੇ ਦੀ ਬਣੀ ਆ। ਇਸ ਸੱਭਿਅਤਾ ਦੀ ਇੱਕ ਵਿਸ਼ੇਸ਼ਤਾ ਸਿਲਖੜੀ ਦੇ ਨਰਮ ਪੱਥਰ ਤੋਂ ਬਣੀਆਂ ਹੋਈਆਂ ਮੁਦਰਾਵਾਂ ਹਨ। ਇਹਨਾਂ ਉੱਪਰ ਬਹੁਤ ਸਾਰੇ ਜਾਨਵਰਾਂ ਦੇ ਚਿੱਤਰ, ਜਿਵੇਂ ਕੁੱਬਾ ਬਲਦ, ਹੰਪਡ ਬੁੱਲ, ਹਾਥੀ, ਐਲੀਫੈਂਟ, ਇੱਕ ਸਿੰਗ ਵਾਲਾ ਪਸ਼ੂ ਜਿਹਨੂੰ ਅਸੀਂ ਯੂਨੀਕੋਰਨ ਕਹਿੰਦੇ ਹਾਂ, ਯੂਨੀਕੋਰਨ, ਅਤੇ ਸਾਂਢ। ਕੁੱਬਾ ਬਲਦ, ਹਾਥੀ, ਇੱਕ ਸਿੰਗ ਵਾਲਾ ਪਸ਼ੂ ਅਤੇ ਸਾਂਢ ਆਦਿ ਬਣੇ ਹੋਏ ਹਨ। ਕੁਝ ਮੁਦਰਾਵਾਂ ਉੱਤੇ ਪਸ਼ੂਪਤੀ ਸ਼ਿਵ ਅਤੇ ਹੋਰਨਾਂ ਉੱਤੇ ਪਿੱਪਲ ਦਾ ਦਰਖਤ ਵੀ ਦਿਖਾਇਆ ਗਿਆ ਹੈ। ਇਹਨਾਂ ਮੁਦਰਾਵਾਂ ਉੱਪਰ ਚਿੱਤਰ ਲਿਪੀ ਵਿੱਚ ਲੇਖ ਹੈ। ਇਹ ਲਿਪੀ ਹੁਣ ਤੱਕ ਪੜ੍ਹੀ ਨਹੀਂ ਜਾ ਸਕੀ, ਜੋ ਕਿ ਇਹਨਾਂ ਦੀ ਲਿਪੀ ਸੀ ਉਹ ਪਿਕਟੋਰਿਕ ਸੀ, ਚਿੱਤਰ ਲਿਪੀ ਸੀ, ਜਿਸ ਨੂੰ ਅੱਜ ਤੱਕ ਪੜ੍ਹਿਆ ਨਹੀਂ ਜਾ ਸਕਿਆ। ਪਰੰਤੂ ਇਸ ਤੋਂ ਪਤਾ ਲੱਗਦਾ ਹੈ ਕਿ ਹੜੱਪਾ ਦੇ ਲੋਕਾਂ ਨੂੰ ਲਿਖਣ ਦੀ ਕਲਾ ਦਾ ਵੀ ਗਿਆਨ ਸੀ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਇਹ ਪਹਿਲੀ ਲਾਈਨ ਸੱਜਿਓਂ ਖੱਬੇ ਵੱਲ ਲਿਖਦੇ ਸਨ। ਜਿਸ ਤਰ੍ਹਾਂ ਉਰਦੂ ਲਿਖਦੇ ਆ ਨਾ, ਤਾਂ ਪਹਿਲੀ ਲਾਈਨ ਇਹ ਸੱਜਿਓਂ ਖੱਬੇ ਵੱਲ ਅਤੇ ਬਾਕੀ ਖੱਬਿਓਂ ਸੱਜੇ ਲਿਖਦੇ ਸਨ, ਇਹ ਕਿਹਾ ਜਾਂਦਾ ਹੈ। ਇਹਨਾਂ ਦੀ ਲਿਪੀ ਸੀ ਜੋ ਉਹ ਸੀ ਚਿੱਤਰ ਲਿਪੀ, ਭਾਵ ਪਿਕਟੋਰਿਕ, ਜਿਸ ਨੂੰ ਹਜੇ ਤੱਕ ਪੜ੍ਹਿਆ ਨਹੀਂ ਜਾ ਸਕਿਆ। ਅੰਤ। ਕਈ ਵਿਦਵਾਨਾਂ ਦੇ ਵੱਖ-ਵੱਖ ਵਿਦਵਾਨ ਹਨ। ਕੋਈ ਕਹਿੰਦਾ ਵੀ ਆਰਿਆ ਲੋਕਾਂ ਨੇ ਇਹਨਾਂ ਦਾ ਖਾਤਮਾ ਕਰ ਦਿੱਤਾ ਸੀ, ਕੋਈ ਕਹਿੰਦਾ ਹੈ ਹੜ੍ਹ ਆ ਗਏ ਸੀ, ਕੋਈ ਕਹਿੰਦਾ ਭੂਚਾਲ ਆ ਗਿਆ ਸੀ। ਪਰ ਆਮ ਤੌਰ 'ਤੇ ਕਿਹਾ ਜਾਂਦਾ ਕਿ 1900 ਈਸਵੀ ਪੂਰਬ ਦੇ ਲਗਭਗ ਸਰਸਵਤੀ ਨਦੀ ਦੇ ਸੁੱਕ ਜਾਣ ਨਾਲ ਲੋਕਾਂ ਨੂੰ ਪੂਰਬ ਵੱਲ ਗੰਗਾ ਦੇ ਮੈਦਾਨ ਵਿੱਚ ਜਾਣਾ ਪੈ ਗਿਆ ਅਤੇ 1500 ਈਸਵੀ ਦੇ ਲਗਭਗ ਇਸ ਸੱਭਿਅਤਾ ਦਾ ਪਤਨ ਹੋ ਗਿਆ। ਤਾਂ ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਅਗਲਾ ਪਾਠ ਵੈਦਿਕ ਕਾਲ ਬਾਰੇ।
ਜੋ ਕਿ 1500 ਈਸਵੀ ਪੂਰਵ ਤੋਂ ਸ਼ੁਰੂ